वाल्मीकि जय वाल्मीकि जय वाल्मीकि जय वाल्मीकि। जो बड़े सोन पे भगवान वाल्मीकि महाराज की जय। महाराज के चरण कमल धर्मास, श्रेष्ठ गुरु तुम जगत के तीन लोक के लाल। वाल्मीकि जय
वाल्मीक जय जय, सतगुरु वाल्मीक जय जय, वाल्मीक जय जय, वाल्मीक जय जय, सगल सृष्टि के मालिक, सगल सृष्टि के मालिक, मुक्ति के हो दाता, भगवान वाल्मीक जय जय, सतगुरु वाल्मीक जय जय। जो बोले सो निर्भय, भगवान वाल्मीकि महाराज की जय। जो बोले सो निरपै भगवान वाल्मीकि महाराज की जय। गुरु रूप साध संगत जी, एक बारी फिर ਅਸੀਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਭਗਵਾਨ ਵਾਲਮੀਕ ਜੀ ਮੰਦਿਰ ਬੈਡਫੋਰਡ ਤੋਂ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਸ਼੍ਰੀ ਯੋਗ ਵਿਸ਼ੇਸ਼ ਮਹਾਰਮਾਨ ਦੇ ਵਿਚਾਰ ਲਾ ਕੇ ਆਪ ਦੇ ਨਾਲ ਜੁੜ ਰਹੇ ਹਾਂ। ਆਓ ਸਭ ਤੋਂ ਪਹਿਲਾਂ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰੀਏ, ਸਚਿਤ ਆਨੰਦ ਰੂਪ ਆਤਮਾ ਨੂੰ ਜਿਸ ਵਿੱਚ ਇਹ ਸਰਬ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ, ਤੇ ਜਿਸ ਤੋਂ ਗਿਆਤਾ ਗਿਆਨ ਤੇ ਗਿਆਮ, ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ਯ, ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ, ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ, ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ ਹਫਤੇ ਬਾਣੀ ਦੇ ਅੰਤ ਵਿੱਚ ਭਗਵਾਨ ਵਾਲਮੀਕ ਜੀ ਨੇ ਸਾਨੂੰ ਉਪਦੇਸ਼ ਕੀਤਾ ਸੀਗਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਵਾਸ਼ਨਾ ਦਾ ਤਿਆਗ ਕਰਕੇ ਸ਼ੁੱਧ ਪਾਰ ਬ੍ਰਹਮ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ, ਕਿ ਜਿਸ ਤਰ੍ਹਾਂ ਗਰੁੜ ਪੰਛੀ ਆਂਡਾ ਤਿਆਗ ਕੇ ਆਕਾਸ਼ ਨੂੰ ਉੱਡਦਾ ਹੈ, ਬਿਲਕੁਲ ਇਸੇ ਹੀ ਤਰ੍ਹਾਂ ਸਾਨੂੰ ਸਾਡੀ ਵਾਸਨਾ ਦਾ ਤਿਆਗ ਕਰਕੇ ਉਸ ਪਾਰ ਬ੍ਰਹਮ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ। ਇਹ ਵਾਸਨਾ ਹੈ ਜਿਹੜੀ ਸਾਨੂੰ ਸੰਸਾਰ ਦੇ ਨਾਲ ਜੋੜਦੀ ਹੈ। ਇਹ ਵਾਸਨਾ ਨੂੰ ਦੂਰ ਕਰਕੇ ਤੇ ਸਾਨੂੰ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ। ਅੱਜ ਦਾ ਜੋ ਪ੍ਰਸੰਗ ਹੈ ਉਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ, ਔਰ ਇਹ ਉਪਦੇਸ਼ ਸ਼੍ਰੀ ਰਾਮਚੰਦਰ ਜੀ ਨੂੰ ਉਹਨਾਂ ਦੇ ਗੁਰੂ ਵਸ਼ਿਸ਼ਟ ਜੀ ਕੋਲੋਂ ਮਿਲ ਰਿਹਾ ਹੈ, ਜਿਨ੍ਹਾਂ ਨੂੰ ਇਸ ਬਾਣੀ ਦਾ ਗਿਆਨ ਗੁਰੂ ਵਸ਼ਿਸ਼ਟ ਜੀ ਨੂੰ ਔਰ ਵਿਸ਼ਵਾਮਿਤਰ ਜੀ ਨੂੰ ਬ੍ਰਹਮਾ ਜੀ ਨੇ ਦਿੱਤਾ ਸੀ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਸ਼ੁੱਧ ਆਤਮਾ ਵਿੱਚ ਮਨਨ ਫੁਰਦਾ ਹੈ, ਉਹ ਮਨ ਹੈ, ਉਹ ਮਨਨ ਸ਼ਕਤੀ ਸ਼ੁਭ ਤੇ ਅਸ਼ੁਭ ਤੋਂ ਬੰਧਨ ਦਾ ਕਾਰਨ ਹੈ, ਤੇ ਉਹ ਮਨ ਮਿਥਿਆ ਭਰਮ ਤੋਂ ਉਦੇ ਹੋਇਆ ਹੈ, ਕਿ ਇਹ ਜੋ ਸਾਡੀ ਸ਼ੁੱਧ ਆਤਮਾ ਹੈ, ਪਰਮਾਤਮਾ ਦੀ ਅੰਸ਼ ਸਾਡੇ ਵਿੱਚ ਹੈ, ਉਸ ਵਿੱਚੋਂ ਮਨ ਉਪਜਿਆ ਹੈ, ਤੇ ਉਹ ਜੋ ਮਨ ਦੀ ਮਨਨ ਸ਼ਕਤੀ ਹੈ, ਜੋ ਚਿੱਤ ਹੈ, ਉਹਦੇ ਵਿੱਚੋਂ ਸ਼ੁਭ ਤੇ ਅਸ਼ੁਭ ਸੰਕਲਪ ਉੱਠਦੇ ਹਨ, ਜਿਨ੍ਹਾਂ ਦਾ ਕਾਰਨ ਅਸੀਂ ਇਸ ਸੰਸਾਰ ਦੇ ਨਾਲ ਬੱਝ ਜਾਂਦੇ ਹਾਂ। ਪਰ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਹ ਜੋ ਮਨ ਹੈ, ਇਹ ਮਿਥਿਆ ਭਰਮ ਤੋਂ ਉਦੇ ਹੋਇਆ ਹੈ। ਅਸੀਂ ਭਰਮ ਭੁਲੇਖਿਆਂ ਦੇ ਵਿੱਚ ਪਏ ਹੋਏ ਹਾਂ, ਇਸ ਕਰਕੇ ਅਸੀਂ ਇਹ ਮਨ ਦੇ ਨਾਲ ਜੁੜ ਗਏ ਹਾਂ। ਜੋ ਸੱਚ ਹੈ ਉਹ ਸਾਡੀ ਆਤਮਾ ਹੈ, ਪਰਮਾਤਮਾ ਹੈ। ਜਿਵੇਂ ਸੁਪਨ ਦ੍ਰਿਸ਼ਟਾ ਭੁਲੇਖੇ ਮਾਤਰ ਹੁੰਦਾ ਹੈ, ਤਿਵੇਂ ਹੀ ਜਾਗਰਤ ਸ੍ਰਿਸ਼ਟੀ ਭੁਲੇਖਾ ਮਾਤਰ ਹੈ। ਕਿ ਦੇਖੋ ਅਸੀਂ ਸੁੱਤੇ ਪਏ ਹੁੰਦੇ ਹਾਂ, ਸਾਨੂੰ ਸੁਪਨਾ ਆਉਂਦਾ ਹੈ, ਸੁਪਨ ਆਉਂਦਾ ਹੈ, ਤਾਂ ਉਹਦੇ ਵਿੱਚ ਅਸੀਂ ਸਾਰੀ ਸ੍ਰਿਸ਼ਟੀ ਦਾ ਨਜ਼ਾਰਾ ਕਰਦੇ ਹਾਂ, ਤੇ ਅਸੀਂ ਜਾਗਦੇ ਹਾਂ ਤੇ ਕਹਿੰਦੇ ਸੁਪਨਾ ਸੀ, ਝੂਠਾ ਸੀਗਾ। ਬਿਲਕੁਲ ਇਸੇ ਹੀ ਤਰ੍ਹਾਂ ਅਸੀਂ ਜਦੋਂ ਜਾਗਰਤ ਦੀ ਅਵਸਥਾ ਵਿੱਚ ਹੁੰਦੇ ਹਾਂ, ਤੇ ਇਹ ਜੋ ਸ੍ਰਿਸ਼ਟੀ ਸਾਡੇ ਸਾਹਮਣੇ ਹੈ, ਇਹ ਵੀ ਇੱਕ ਭੁਲੇਖਾ ਹੈ। ਇਹ ਮਨ ਨੇ ਤਸਵੀਰ ਖਿੱਚੀ ਹੈ। ਅਸੀਂ ਭਰਮ ਭੁਲੇਖਿਆਂ ਦੇ ਵਿੱਚ ਪਏ ਹੋਏ ਇਸ ਤਸਵੀਰ ਨੂੰ ਸੱਚ ਸਮਝ ਕੇ ਬੈਠੇ ਹਾਂ। ਇਹ ਜਗਤ ਅਵਿਦਿਆ ਤੋਂ ਬੰਧਨਮਈ ਹੈ,
ਤੇ ਦੁੱਖ ਦਾ ਕਾਰਨ ਹੈ, ਤੇ ਉਸ ਅਵਿਦਿਆ ਨੂੰ ਤਰਨਾ ਕਠਿਨ ਹੈ ਕਿ ਇਹ ਜੋ ਸੰਸਾਰ, ਇਹ ਜੋ ਜਗਤ ਹੈ ਸਾਡੇ ਸਾਹਮਣੇ ਅਸੀਂ ਦੇਖਦੇ, ਇਸ ਦਾ ਕਰਕੇ ਅਸੀਂ ਇਸ ਨਾਲ ਬੱਝ ਜਾਂਦੇ ਹਾਂ। ਇਹ ਅਵਿਦਿਆ ਦਾ ਕਾਰਨ ਹੈ, ਕਿਉਂਕਿ ਸਾਡੇ ਵਿੱਚ ਪਰਮਾਤਮਾ ਦੇ ਨਾਮ ਦਾ ਸੱਚਾ ਗਿਆਨ ਨਹੀਂ ਹੈ। ਅਵਿਦਿਆ ਦੇ ਨਾਲ ਭਰੇ ਹੋਏ ਅਸੀਂ ਇਹ ਸੰਸਾਰ ਦੇ ਨਾਲ ਜੁੜ ਜਾਂਦੇ ਹਾਂ, ਤੇ ਇਹੀ ਹੀ ਦੁੱਖਾਂ ਦਾ ਕਾਰਨ ਬਣਦਾ ਹੈ। ਔਰ ਇਹ ਜੋ ਅਵਿਦਿਆ ਹੈ, ਅਗਿਆਨਤਾ ਹੈ, ਔਰ ਇਸ ਨੂੰ ਦੂਰ ਕਰਨਾ ਵੀ ਬੜਾ ਮੁਸ਼ਕਿਲ ਹੈ। ਅਵਿਚਾਰ ਤੋਂ ਵਿਦਿਆ ਸਿੱਧ ਹੈ, ਵਿਚਾਰ ਕੀਤਿਆਂ ਨਸ਼ਟ ਹੋਈ ਹੈ, ਕਿਉਂਕਿ ਸਾਡੇ ਵਿੱਚ ਅਵਿਚਾਰ ਹੈ, ਸੱਚੀ ਸੋਚ ਨਹੀਂ ਹੈ, ਉਹ ਸੱਚਾ ਅਮਲ ਨਹੀਂ ਹੈ। ਇਸ ਕਰਕੇ ਸਾਡੇ ਵਿੱਚ ਅਵਿਦਿਆ ਭਾਵ ਗਿਆਨਤਾ ਆ ਗਈ ਹੈ। ਜਦੋਂ ਅਸੀਂ ਵਿਚਾਰ ਕਰਾਂਗੇ, ਸੱਚ ਦੇ ਨਾਲ ਜੁੜਾਂਗੇ, ਬਾਣੀ ਨੂੰ ਪੜ੍ਹਾਂਗੇ, ਸੁਣਾਂਗੇ, ਸੰਤ ਮਹਾਤਮਾ ਦੀ ਸੰਗਤ ਕਰਾਂਗੇ, ਤੇ ਉਹ ਸੱਚੇ ਗਿਆਨ ਜਿਹੜਾ ਸਾਡੇ ਵਿੱਚ ਆਵੇਗਾ, ਉਸ ਨਾਲ ਅਸੀਂ ਇਹ ਅਵਿਦਿਆ ਨੂੰ ਨਸ਼ਟ ਕਰ ਸਕਦੇ ਹਾਂ। ਉਸ ਅਵਿਦਿਆ ਨੇ ਜਗਤ ਫੈਲਾਇਆ ਹੈ। ਇਹ ਜਗਤ ਬਰਫ਼ ਦੀ ਦੀਵਾਰ ਹੈ। ਜਦ ਗਿਆਨ ਰੂਪ ਅੱਗ ਦਾ ਤੇਜ਼ ਹੋਵੇਗਾ, ਤਦ ਨਿਵਰਤ ਹੋ ਜਾਵੇਗੀ। ਇਹ ਜੋ ਅਵਿਦਿਆ ਹੈ, ਅਗਿਆਨਤਾ ਹੈ, ਇਸ ਨੇ ਹੀ ਇਹ ਜਗਤ ਦਾ ਜਿਹੜਾ ਫੈਲਾਵ ਸਾਡੇ ਸਾਹਮਣੇ ਹੈ, ਉਸ ਨੇ ਇਹ ਪੇਸ਼ ਕੀਤਾ ਹੈ। ਇਹ ਸੰਸਾਰ ਇੱਕ ਬਰਫ਼ ਦੀ ਦੀਵਾਰ ਦੀ ਤਰ੍ਹਾਂ ਹੈ। ਬੜੀ ਸੋਹਣੀ ਉਦਾਹਰਨ ਦਿੱਤੀ ਹੈ ਭਗਵਾਨ ਵਾਲਮੀਕ ਜੀ ਨੇ ਕਿ ਜਦੋਂ ਗਿਆਨ ਰੂਪੀ ਅੱਗ ਦੀ ਗਰਮੀ ਹੋਵੇਗੀ, ਤੇ ਇਹ ਜੋ ਬਰਫ਼ ਰੂਪੀ, ਇਹ ਸੰਸਾਰ ਰੂਪੀ ਜੋ ਬਰਫ਼ ਦੀ ਦੀਵਾਰ ਹੈ, ਉਹ ਦੂਰ ਹੋ ਜਾਵੇਗੀ, ਖਤਮ ਹੋ ਜਾਵੇਗੀ। ਇਹ ਰਾਮ ਜੀ, ਇਹ ਜਗਤ ਆਕਾਸ਼ ਰੂਪ ਹੈ। ਅਵਿਦਿਆ ਪਰਮ ਦ੍ਰਿਸ਼ਟੀ ਕਰਕੇ ਆਕਾਰ ਉਹ ਪ੍ਰਤੀਤ ਹੁੰਦਾ ਹੈ, ਤੇ ਅਸਤ ਵਿਦਿਆ ਤੋਂ ਵੱਡੇ ਵਿਸਤਾਰ ਨੂੰ ਪ੍ਰਾਪਤ ਹੁੰਦਾ ਹੈ। ਇਹ ਜਗਤ ਜੋ ਹੈ, ਜਿਸ ਤਰ੍ਹਾਂ ਆਕਾਸ਼ ਹੈ, ਖਾਲੀਪਨ ਹੈ, ਉਸੇ ਤਰ੍ਹਾਂ ਅਵਿਦਿਆ ਦਾ ਕਰਕੇ ਇਹ ਸੰਸਾਰ ਸਾਨੂੰ ਭਰਮਾਂ, ਅਸੀਂ ਇਹ ਸਾਡਾ ਜੋ ਮਨ ਹੈ, ਇਹ ਜੋ ਅਵਿਦਿਆ ਸਾਡੇ ਵਿੱਚ ਹੈ, ਅਗਿਆਨਤਾ ਹੈ, ਉਹ ਸਾਨੂੰ ਭਰਮਾਂ ਦੇ ਵਿੱਚ ਪਾਉਂਦੀ ਹੈ। ਤੇ ਇਹ ਜੋ ਦ੍ਰਿਸ਼ਟੀ ਅਸੀਂ ਦੇਖਦੇ ਹਾਂ, ਇਸ ਦਾ ਆਕਾਰ ਜੋ ਹੈ, ਉਹ ਸੱਚ ਦੀ ਤਰ੍ਹਾਂ ਸਾਨੂੰ ਪ੍ਰਤੀਤ ਹੁੰਦਾ ਹੈ। ਔਰ ਇਹ ਜੋ ਝੂਠ ਭਰੀ ਅਵਿਦਿਆ ਅਗਿਆਨਤਾ ਹੈ ਸਾਡੇ ਵਿੱਚ, ਉਸ ਦਾ ਕਰਕੇ ਅਸੀਂ ਇਹ ਸੰਸਾਰ ਸਾਡੇ ਸਾਹਮਣੇ ਦੇਖਦੇ ਹਾਂ। ਇਹ ਵੱਡਾ ਲੰਮਾ ਸੁਪਨਾ ਹੈ, ਵਿਚਾਰ ਕੀਤਿਆਂ ਨਿਵਰਤ ਹੋ ਜਾਂਦਾ ਹੈ। ਸੋ ਇਹ ਜੋ ਜਾਗਰਤ ਦਾ ਸਾਡਾ ਸੰਸਾਰ ਦੇਖਣ ਦਾ ਸੁਪਨਾ ਹੈ, ਇਹ ਬੜਾ ਹੀ ਲੰਮਾ ਹੈ। ਪਰ ਜਦੋਂ ਅਸੀਂ ਵਿਚਾਰ ਕਰਾਂਗੇ, ਗਿਆਨ ਭਰੀ ਸੋਚ ਸਾਡੇ ਵਿੱਚ ਆਵੇਗੀ, ਸਾਡੇ ਵਿੱਚ ਗਿਆਨ ਆਵੇਗਾ, ਤਾਂ ਇਹ ਨਿਵਰਤ ਹੋ ਜਾਵੇਗਾ। ਇਹ ਜਗਤ ਭਾਵਨਾ ਮਾਤਰ ਹੈ, ਅਸਲ ਵਿੱਚ ਕੁਝ ਉਪਜਿਆ ਨਹੀਂ। ਇਹ ਸੰਸਾਰ ਵੀ ਇੱਕ ਭਾਵਨਾ ਹੈ। ਇਹ ਉਪਜੀ ਨਹੀਂ, ਇਹ ਸੰਸਾਰ ਉਪਜਿਆ ਨਹੀਂ, ਇਹ ਪਰਮਾਤਮਾ ਨੇ ਨਹੀਂ ਇਸ ਨੂੰ ਬਣਾਇਆ। ਇਹ ਤਾਂ ਸਾਡੇ ਮਨ ਨੇ ਇੱਕ ਝੂਠੀ ਤਸਵੀਰ ਖਿੱਚੀ ਹੈ, ਜਿਸ ਨੂੰ ਅਸੀਂ ਸੱਚ ਸਮਝ ਬੈਠੇ ਹਾਂ। ਜਿਵੇਂ ਆਕਾਸ਼ ਵਿੱਚ ਭੁਲੇਖੇ ਨਾਲ ਮੋਰ ਦੀ ਪੂੰਛ ਵਾਂਗ ਬਿਰਛ ਪ੍ਰਤੀਤ ਹੁੰਦੇ ਹਨ, ਤਿਵੇਂ ਹੀ ਭੁਲੇਖੇ ਨਾਲ ਜਗਤ ਪ੍ਰਤੀਤ ਹੁੰਦਾ ਹੈ। ਕਿ ਦੇਖੋ, ਕਈ ਵਾਰੀ ਅਸੀਂ ਆਕਾਸ਼ ਦੇ ਵਿੱਚ ਬੱਦਲ ਦੇਖਦੇ ਹਾਂ, ਤੇ ਉਹਨਾਂ ਦੇ ਕਈ ਤਰ੍ਹਾਂ ਦੀਆਂ ਸੂਰਤਾਂ ਹੁੰਦੀਆਂ ਹਨ। ਕਈ ਵਾਰੀ ਇਸ ਤਰ੍ਹਾਂ ਲੱਗਦਾ ਕਿ ਕਈ ਬੱਦਲ ਜਿਸ ਤਰ੍ਹਾਂ ਮੋਰ ਦੀ ਪੂਛ ਹੈ, ਉਸ ਤਰ੍ਹਾਂ ਹੈ। ਕਈ ਬੱਦਲ ਬਿਰਛਾਂ ਦੇ ਰੂਪ ਦੇ ਵਿੱਚ ਵੀ ਨਜ਼ਰ ਆਉਂਦੇ ਹਨ, ਪਰ ਉਹ ਇੱਕ ਭੁਲੇਖਾ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਸੰਸਾਰ ਹੈ, ਭੁਲੇਖਾ ਮਾਤਰ ਹੈ, ਸੱਚ ਨਹੀਂ ਹੈ। ਜਿਵੇਂ ਬਰਫ਼ ਦੀ ਸ਼ਿਲਾ ਗਰਮ ਕਰਨ ਨਾਲ ਲੀਨ ਹੋ ਜਾਂਦੀ ਹੈ, ਤਿਵੇਂ ਹੀ ਆਤਮ ਵਿਚਾਰ ਨਾਲ ਜਗਤ ਲੀਨ ਹੋ ਜਾਂਦਾ ਹੈ। ਸੋ ਬੜੀ ਸੋਹਣੀ ਮਿਸਾਲ ਦੇ ਕੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜੋ ਬਰਫ਼ ਦੀ ਬੜੀ ਵੱਡੀ ਚਟਾਨ ਹੁੰਦੀ ਹੈ, ਜੇ ਅਸੀਂ ਉਸ ਨੂੰ ਗਰਮ ਕਰੀਏ ਤੇ ਉਹ ਲੀਨ ਹੋ ਜਾਵੇਗੀ, ਖਤਮ ਹੋ ਜਾਵੇਗੀ। ਬਿਲਕੁਲ ਇਸੇ ਹੀ ਤਰ੍ਹਾਂ ਜੇ ਅਸੀਂ ਆਤਮ ਵਿਚਾਰ ਕਰਾਂਗੇ, ਆਪਣੀ ਆਤਮਾ ਦੇ ਨਾਲ ਜੁੜਾਂਗੇ, ਤੇ ਜੋ ਸੰਸਾਰ ਹੈ ਇਹ ਵੀ ਲੀਨ ਹੋ ਜਾਵੇਗਾ। ਇੱਕ ਝੂਠ ਦੀ ਤਰ੍ਹਾਂ ਸਾਨੂੰ ਲੱਗੇਗਾ। ਇਹ ਜਗਤ ਅਵਿਦਿਆ ਨਾਲ ਬੰਨਿਆ ਹੈ, ਸੋ ਅਨਰਥ ਦਾ ਕਾਰਨ ਹੈ। ਸੋ
ਸੋ ਇਹ ਜੋ ਸੰਸਾਰ ਹੈ ਇਹ ਅਵਿਦਿਆ ਭਾਵ ਅਗਿਆਨਤਾ ਦਾ ਨਾਲ ਬੰਨਿਆ ਹੋਇਆ ਹੈ, ਤੇ ਇਹ ਇਸ ਦਾ ਕਰਕੇ ਅਸੀਂ ਇਹਨੂੰ ਸੱਚ ਸਮਝਦੇ ਹਾਂ ਔਰ ਬੜੇ ਅਨਰਥਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਜਿਵੇਂ ਜਿਵੇਂ ਚਿੱਤ ਫੁਰਦਾ ਹੈ ਤਿਵੇਂ ਤਿਵੇਂ ਹੋ ਭਾਸਦਾ ਹੈ, ਔਰ ਜਿਸ ਤਰ੍ਹਾਂ ਸਾਡੇ ਮਨ ਦੀ ਸ਼ਕਤੀ ਜੋ ਚਿੱਤ ਹੈ, ਜਿਸ ਤਰ੍ਹਾਂ ਉਹਦੇ ਵਿੱਚੋਂ ਫੁਰਨਾ ਨਿਕਲਦਾ ਹੈ, ਸੰਕਲਪ ਉੱਠਦਾ ਹੈ, ਉਸੇ ਹੀ ਤਰ੍ਹਾਂ ਅੱਗੇ ਸਾਨੂੰ ਭਾਸਦਾ ਹੈ। ਅਸੀਂ ਮਨ ਦੇ ਮਗਰ ਲੱਗ ਕੇ ਜੋ ਸਾਡਾ ਚਿੱਤ ਸਾਨੂੰ ਕਹਿੰਦਾ ਹੈ ਉਸ ਨੂੰ ਸੱਚ ਸਮਝ ਕੇ ਉਸ ਨਾਲ ਜੁੜ ਜਾਂਦੇ ਹਾਂ। ਜਿਵੇਂ ਜਾਦੂਗਰ ਸੋਨੇ ਦੀ ਵਰਖਾ ਆਦਿਕ ਮਾਇਆ ਕਰਦਾ ਹੈ, ਤਿਵੇਂ ਹੀ ਚਿੱਤ ਜਿਵੇਂ ਫੁਰਦਾ ਹੈ ਤਿਵੇਂ ਹੋ ਜਾਂਦਾ ਹੈ। ਕਿ ਦੇਖੋ ਜਿਸ ਤਰ੍ਹਾਂ ਜਾਦੂਗਰ ਹੁੰਦੇ ਹਨ ਆਪਣਾ ਜਾਦੂ ਦਿਖਾਉਂਦੇ ਹਨ, ਸੋਨੇ ਦੀ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਸੋਨੇ ਦੀ ਵਰਖਾ ਕਰ ਰਹੇ ਹਨ, ਪਰ ਇਹ ਇੱਕ ਉਹ ਜਾਦੂਗਰ ਦੀ ਮਾਇਆ ਦਾ ਚੱਕਰ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਸਾਡਾ ਚਿੱਤ ਵੀ ਇੱਕ ਜਾਦੂਗਰ ਦੀ ਤਰ੍ਹਾਂ ਹੈ, ਜਿਹੋ ਜਿਹਾ ਉਹ 'ਚੋਂ ਫੁਰਨਾ ਨਿਕਲਦਾ ਹੈ ਉਹੋ ਜਿਹਾ ਹੀ ਸਾਨੂੰ ਫਿਰ ਨਜ਼ਰ ਆਉਂਦਾ ਹੈ। ਆਤਮਾ ਦੇ ਪ੍ਰਭਾਵ ਤੋਂ ਜੋ ਕੁਝ ਚੇਸ਼ਟਾ ਮਨ ਕਰਦਾ ਹੈ ਉਹ ਆਪਣੇ ਹੀ ਨਾਸ਼ ਦੇ ਕਾਰਨ ਹੁੰਦੀ ਹੈ, ਕਿ ਕਿਉਂਕਿ ਸਾਨੂੰ ਸਾਡੀ ਆਤਮਾ ਦਾ ਗਿਆਨ ਨਹੀਂ ਹੈ। ਅਸੀਂ ਭਰਮ ਭੁਲੇਖਿਆਂ ਦੇ ਵਿੱਚ ਪਏ ਹਾਂ, ਔਰ ਸਾਡੇ ਮਨ ਦੇ ਮਗਰ ਲੱਗ ਕੇ ਅਸੀਂ ਜੋ ਕਾਰਜ ਕਰਦੇ ਹਾਂ ਉਹ ਆਪਣੇ ਨਾਸ਼ ਦਾ ਕਾਰਨ ਬਣਦੀ ਹੈ। ਕਿ ਅਸੀਂ ਆਪਣੇ ਮਨ ਦੇ ਮਗਰ ਲੱਗ ਕੇ ਸੰਸਾਰ ਦੇ ਜੋ ਕਾਰਜ ਕਰਦੇ ਹਾਂ ਉਹਨਾਂ ਦਾ ਕਰਕੇ ਸਾਨੂੰ ਅੱਗੇ ਚੱਲ ਕੇ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਜਨਮ ਮਰਨ ਦੇ ਚੱਕਰ ਦੇ ਵਿੱਚ ਅਸੀਂ ਪੈ ਜਾਂਦੇ ਹਾਂ, ਪਰ ਜੇ ਅਸੀਂ ਆਪਣੀ ਆਤਮਾ ਦੇ ਬਾਰੇ ਗਿਆਨ ਪ੍ਰਾਪਤ ਕਰੀਏ ਤੇ ਅਸੀਂ ਇਹਨਾਂ ਚੱਕਰਾਂ ਵਿੱਚੋਂ ਨਿਕਲ ਸਕਦੇ ਹਾਂ। ਜੇ ਅਸੀਂ ਆਪਣੀ ਆਤਮਾ ਦੇ ਨਾਲ ਜੁੜ ਕੇ ਜੋ ਵੀ ਚੇਸ਼ਟਾ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ, ਜੋ ਵੀ ਅਸੀਂ ਕਾਰਜ ਕਰਾਂਗੇ, ਤੇ ਅਸੀਂ ਭਰਮ ਭੁਲੇਖਿਆਂ ਤੋਂ ਬਚ ਕੇ ਉਸ ਪਰਮਾਤਮਾ ਦੇ ਨਾਲ ਜੁੜ ਸਕਦੇ, ਉਹਦਾ ਮਿਲਾਪ ਕਰ ਸਕਦੇ ਹਾਂ। ਨਹੀਂ ਤਾਂ ਅਸੀਂ ਆਪਣੇ ਮਨ ਦੇ ਮਗਰ ਲੱਗ ਕੇ ਕਰਮ ਕਾਂਡਾਂ ਦੇ ਵਿੱਚ ਫਸ ਕੇ ਮਰਨ ਜੀਣ ਦੇ ਚੱਕਰ 'ਚੋਂ ਬਾਹਰ ਨਹੀਂ ਨਿਕਲ ਸਕਦੇ। ਜਿਵੇਂ ਰੇਸ਼ਮ ਦੇ ਕੀੜੇ ਦੀ ਚੇਸ਼ਟਾ ਆਪਣੇ ਹੀ ਬੰਧਨ ਦਾ ਕਾਰਨ ਹੁੰਦੀ ਹੈ, ਤਿਵੇਂ ਹੀ ਮਨ ਦੀ ਚੇਸ਼ਟਾ ਆਪਣੇ ਨਾਸ਼ ਵਾਸਤੇ ਹੁੰਦੀ ਹੈ। ਤੇ ਜਿਵੇਂ ਨਟ ਆਪਣੀ ਕਿਰਿਆ ਨਾਲ ਤਰ੍ਹਾਂ ਤਰ੍ਹਾਂ ਦੇ ਰੂਪ ਧਾਰਦਾ ਹੈ, ਤਿਵੇਂ ਹੀ ਮਨ ਆਪਣੇ ਸੰਕਲਪ ਨੂੰ ਵਿਕਲਪ ਕਰਕੇ ਤਰ੍ਹਾਂ ਤਰ੍ਹਾਂ ਦੇ ਭਾਵ ਰੂਪਾਂ ਨੂੰ ਧਾਰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਹੋਰ ਮਿਸਾਲਾਂ ਦੇ ਕੇ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਦੇਖੋ ਰੇਸ਼ਮ ਦਾ ਕੀੜਾ ਹੁੰਦਾ ਹੈ, ਉਹ ਰੇਸ਼ਮ ਬੁਣਦਾ ਹੈ, ਬੜੀ ਕੋਸ਼ਿਸ਼ ਕਰਦਾ ਹੈ। ਕਈ ਵਾਰੀ ਉਹ ਜੋ ਰੇਸ਼ਮ ਦਾ ਜੋ ਬੁਣਦਾ ਹੈ ਉਹਦੇ ਵਿੱਚ ਉਹ ਫਸ ਜਾਂਦਾ ਹੈ, ਨਿਕਲ ਨਹੀਂ ਸਕਦਾ। ਤੇ ਇਸੇ ਹੀ ਤਰ੍ਹਾਂ ਜੋ ਅਸੀਂ ਆਪਣੇ ਮਨ ਦੇ ਮਗਰ ਲਾ ਕੇ ਜੋ ਵੀ ਕਾਰਜ ਕਰਦੇ ਹਾਂ ਉਹ ਆਪਣੇ ਨਾਸ਼ ਵਾਸਤੇ ਕਰਦੇ ਹਾਂ, ਕਿਉਂਕਿ ਸਾਡਾ ਮਨ ਸਾਨੂੰ ਸੰਸਾਰ ਵੱਲ ਖਿੱਚਦਾ ਹੈ, ਸਾਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਪਾਉਂਦਾ ਹੈ। ਬਿਲਕੁਲ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਜੋ ਨਟ ਜੋ ਹੁੰਦੇ ਹਨ, ਡਰਾਮੇਬਾਜ਼ ਹੁੰਦੇ ਹਨ, ਉਹ ਜੋ ਆਪਣੀ ਕਿਰਿਆ ਕਰਦੇ ਹਨ ਉਹ ਵੱਖਰੇ ਵੱਖਰੇ ਰੂਪ ਦੇਖਣ ਵਾਲਿਆਂ ਨੂੰ ਦਿਖਾਉਂਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਸਾਡੇ ਮਨ ਦੇ ਵਿੱਚੋਂ ਜੋ ਸੰਕਲਪ ਉੱਠਦਾ ਹੈ ਉਸ ਦਾ ਕਰਕੇ ਕਈ ਤਰ੍ਹਾਂ ਦੇ ਵਿਕਲਪ ਦੀ ਭਾਵ ਸਾਡੇ ਵਿੱਚੋਂ ਉੱਠਦੀ ਹੈ। ਅਸੀਂ ਕਈ ਵਿਕਲਪਾਂ ਦੇ ਵਿੱਚ ਪੈ ਜਾਂਦੇ ਹਾਂ। ਇਹ ਸੰਕਲਪ ਜਿਹੜੇ ਮਨ ਦੇ ਵਿੱਚੋਂ ਉੱਠਦੇ ਹਾਂ ਉਹ ਸਾਨੂੰ ਵਿਕਲਪਾਂ ਦੇ ਵਿੱਚ ਪਾਉਂਦੇ ਹਨ। ਅਸੀਂ ਸੰਸਾਰ ਦੇ ਨਾਲ ਜੁੜਦੇ ਜਾਂਦੇ ਹਾਂ। ਵਿਸ਼ੇ ਵਿਕਾਰਾਂ ਦਾ ਕਰਕੇ ਅਸੀਂ ਸੰਸਾਰੀ ਵਿਸ਼ੇ ਵਿਕਾਰਾਂ ਦਾ ਕਰਕੇ ਕਰਮ ਕਾਂਡ ਦੀ ਦੁਨੀਆ ਵਿੱਚ ਫਸ ਜਾਂਦੇ ਹਾਂ। ਜਦ ਚਿੱਤ ਆਪਣੇ ਸੰਕਲਪ ਵਿਕਲਪ ਨੂੰ ਤਿਆਗ ਕੇ ਆਤਮ ਵੱਲ ਵੇਖਦਾ ਹੈ ਤਦ ਚਿੱਤ ਨਸ਼ਟ ਹੋ ਜਾਂਦਾ ਹੈ, ਤੇ ਜਦ ਤੱਕ ਆਤਮਾ ਵੱਲ ਨਹੀਂ ਵੇਖਦਾ ਤਦ ਤੱਕ ਜਗਤ ਨੂੰ ਫੈਲਾਉਂਦਾ ਹੈ, ਉਹੀ ਦੁੱਖ ਦਾ ਕਾਰਨ ਹੁੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਹ ਜਿਹੜੇ ਸੰਕਲਪ ਵਿਕਲਪ ਸਾਡੇ ਚਿੱਤ ਦੇ ਵਿੱਚੋਂ ਉੱਠਦੇ ਹਨ, ਜਿੰਨੀ ਦੇਰ ਤੱਕ ਅਸੀਂ ਇਹਨਾਂ ਦਾ ਤਿਆਗ ਕਰਕੇ ਆਪਣੀ ਆਤਮਾ ਵੱਲ ਨਹੀਂ ਵੇਖਦੇ, ਉਨੀ ਦੇਰ ਤੱਕ ਸਾਡੇ ਇਹ ਮਨ ਦੀ ਸ਼ਕਤੀ ਜੋ ਚਿੱਤ ਹੈ ਉਹ ਸ਼ਕਤੀ ਨਸ਼ਟ ਨਹੀਂ ਹੋਵੇਗੀ।
ਔਰ ਇਹ ਜਗਤ ਜੋ ਹੈ ਉਹ ਸਾਡੇ ਲਈ ਫੈਲਦਾ ਜਾਵੇਗਾ, ਵੱਧਦਾ ਜਾਵੇਗਾ। ਅਸੀਂ ਜਗਤ ਦੇ ਨਾਲ ਬਾਹਲਾ ਤੋਂ ਬਾਹਲਾ ਵੱਧਦੇ ਜਾਵਾਂਗੇ, ਇਹਦੇ ਨਾਲ ਵੱਜਦੇ ਜਾਵਾਂਗੇ। ਪਰ ਜਦੋਂ ਚਿੱਤ ਨਸ਼ਟ ਹੋ ਜਾਵੇਗਾ, ਇਹਦੀ ਸ਼ਕਤੀ ਖਤਮ ਹੋ ਜਾਵੇਗੀ, ਤੇ ਫਿਰ ਜਦੋਂ ਅਸੀਂ ਆਪਣੀ ਆਤਮਾ ਵੱਲ ਦੇਖਾਂਗੇ ਤਾਂ ਫਿਰ ਅਸੀਂ ਇਹ ਆਪਣੇ ਮਨ ਕੋਲੋਂ ਬਚ ਸਕਦੇ ਹਾਂ, ਇਸ ਸੰਸਾਰ ਤੋਂ ਬਚ ਸਕਦੇ ਹਾਂ। ਸੰਕਲਪ ਰੁਕਾਵਟ ਨੂੰ ਦੂਰ ਕਰੋ, ਤਦ ਆਤਮ ਤਤ ਪ੍ਰਕਾਸ਼ੇਗਾ। ਸੰਕਲਪ ਵਿਕਲਪ ਹੀ ਆਤਮਾ ਵਿੱਚ ਰੁਕਾਵਟ ਹੈ। ਜਦ ਦ੍ਰਿਸ਼ ਨੂੰ ਤਿਆਗੋਗੇ ਤਬ ਆਤਮ ਬੋਧ ਪ੍ਰਕਾਸ਼ੇਗਾ। ਸੋ ਹਮੇਸ਼ਾ ਦੀ ਤਰ੍ਹਾਂ ਭਗਵਾਨ ਵਾਲਮੀਕ ਜੀ ਜਦੋਂ ਸਾਨੂੰ ਕੋਈ ਉਪਦੇਸ਼ ਕਰਦੇ ਹਨ, ਉਸ ਦੇ ਨਾਲ ਯੁਕਤੀ ਵੀ ਦੱਸਦੇ ਹਨ ਕਿ ਅਸੀਂ ਆਪਣੇ ਦੋਸ਼ ਨੂੰ ਕਿਸ ਤਰ੍ਹਾਂ ਦੂਰ ਕਰਨਾ ਹੈ ਔਰ ਅਸੀਂ ਆਪਣੇ ਆਪ ਨੂੰ ਪਰਮਾਤਮਾ ਨਾਲ ਕਿਸ ਤਰ੍ਹਾਂ ਜੋੜਨਾ ਹੈ। ਸੋ ਭਗਵਾਨ ਵਾਲਮੀਕ ਜੀ ਇਹ ਸਮਝਾਉਂਦੇ ਹਨ ਕਿ ਇਹ ਜੋ ਸੰਕਲਪ ਸਾਡੇ ਮਨ ਦੇ ਵਿੱਚੋਂ ਉੱਠਦਾ ਹੈ, ਜਦੋਂ ਅਸੀਂ ਉਸ ਨੂੰ ਦੂਰ ਕਰਾਂਗੇ ਤਾਂ ਫਿਰ ਸਾਡੇ ਲਈ ਉਹ ਪਰਮਾਤਮਾ ਦਾ ਤੱਤ ਹੈ ਜੋ ਉਸ ਦਾ ਪ੍ਰਕਾਸ਼ ਹੋਵੇਗਾ। ਔਰ ਸਭ ਤੋਂ ਵੱਡੀ ਰੁਕਾਵਟ ਜੋ ਹੈ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੀ, ਉਹ ਸੰਕਲਪ ਵਿਕਲਪ ਜੋ ਸਾਡੇ ਮਨ ਦੇ ਵਿੱਚੋਂ ਉੱਠਦੇ ਹਨ, ਸਾਡੇ ਚਿੱਤ ਸ਼ਕਤੀ ਵਿੱਚੋਂ ਉੱਠਦੇ ਹਨ, ਉਹੀ ਹਨ। ਜਦੋਂ ਅਸੀਂ ਇਹ ਦ੍ਰਿਸ਼ ਦਾ ਤਿਆਗ ਕਰ ਦੇਵਾਂਗੇ ਤਾਂ ਫਿਰ ਸਾਨੂੰ ਆਤਮ ਬੋਧ, ਉਹ ਪਰਮਾਤਮਾ ਦੇ ਨਾਮ ਦੀ ਸ਼ਕਤੀ, ਉਸ ਦਾ ਜੋ ਪ੍ਰਕਾਸ਼ ਹੈ ਉਹ ਮਹਿਸੂਸ ਹੋਵੇਗਾ। ਇਹ ਜੋ ਸੰਕਲਪ ਵਿਕਲਪ ਸਾਡੇ ਮਨ ਦੀ ਸ਼ਕਤੀ ਚਿੱਤ ਦੇ ਵਿੱਚ ਉੱਠਦੇ ਹਨ, ਇਹ ਸਾਨੂੰ ਸੰਸਾਰ ਨਾਲ ਜੋੜਦੇ ਹਨ। ਇਹਨਾਂ ਦਾ ਕਰਕੇ ਅਸੀਂ ਸੰਸਾਰ ਦੇ ਵਿੱਚ ਭੱਜ ਦੌੜ ਦੇ ਵਿੱਚ ਲੱਗੇ ਭਟਕਦੇ ਫਿਰਦੇ ਹਾਂ, ਸੰਸਾਰੀ ਭੋਗ ਪਦਾਰਥ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੰਸਾਰ ਤੋਂ ਅਸੀਂ ਬਚ ਨਹੀਂ ਸਕਦੇ। ਮੈਂ ਮੇਰੀ ਵਿੱਚ ਫਸੇ ਹੋਏ ਪਿਆਰ ਨਫ਼ਰਤ ਦੇ ਨਾਲ ਇਸ ਸੰਸਾਰ ਦੇ ਵਿੱਚ ਜੀਨੇ ਹਾਂ। ਸੰਸਾਰ ਤੋਂ ਅਸੀਂ ਬਚ ਨਹੀਂ ਸਕਦੇ। ਪਰ ਜਦੋਂ ਅਸੀਂ ਆਪਣੇ ਮਨ ਦੀ ਸ਼ਕਤੀ ਚਿੱਤ ਨੂੰ ਖਤਮ ਕਰ ਦੇਵਾਂਗੇ, ਸਾਡੇ 'ਚੋਂ ਵਾਸਨਾ ਦੂਰ ਹੋ ਜਾਵੇਗੀ, ਇੱਛਾ ਦੂਰ ਹੋ ਜਾਵੇਗੀ, ਇਹ ਜੋ ਅਹੰਕਾਰ ਹੈ ਉਹ ਦੂਰ ਹੋ ਜਾਵੇਗਾ, ਤਾਂ ਫਿਰ ਅਸੀਂ ਉਸ ਪਰਮਾਤਮਾ ਦੇ ਨਾਲ, ਆਪਣੀ ਆਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ। ਮਨ ਦੇ ਨਾਸ਼ ਵਿੱਚ ਬੜਾ ਆਨੰਦ ਉਦੇ ਹੁੰਦਾ ਹੈ ਤੇ ਮਨ ਦੇ ਉਦੇ ਹੋਇਆ ਬੜਾ ਅਨਰਥ ਹੁੰਦਾ ਹੈ। ਇਸ ਲਈ ਮਨ ਨੂੰ ਨਾਸ਼ ਕਰਨ ਦਾ ਯਤਨ ਕਰੋ, ਮਨ ਨੂੰ ਵਧਾਉਣ ਦਾ ਯਤਨ ਨਾ ਕਰੋ। ਸੋ ਦੇਖੋ ਭਗਵਾਨ ਵਾਲਮੀਕ ਜੀ ਨੇ ਜੋ ਸਾਨੂੰ ਸੰਤ ਮਹਾਤਮਾ ਨੇ ਸਮਿਆਂ ਤੋਂ ਜੋ ਉਪਦੇਸ਼ ਕੀਤਾ ਹੈ, ਆਪਣੀ ਬਾਣੀ ਵਿੱਚ ਬਹੁਤ ਹਜ਼ਾਰਾਂ ਸਾਲ ਪਹਿਲਾਂ ਉਹ ਉਪਦੇਸ਼ ਕੀਤਾ ਸੀ ਕਿ ਇਹ ਮਨ ਦੇ ਨਾਸ਼ ਕਰਨ ਵਿੱਚ ਬੜਾ ਆਨੰਦ ਹੁੰਦਾ ਹੈ। ਮਨ ਦੀ ਸ਼ਕਤੀ ਨੂੰ ਖਤਮ ਕਰਨ ਨਾਲ ਹੀ ਆਨੰਦ ਮਿਲਦਾ ਹੈ। ਤੇ ਜਦੋਂ ਮਨ ਉਦੇ ਹੁੰਦਾ ਹੈ ਤੇ ਬੜੇ ਅਨਰਥਾਂ ਦੇ ਵਿੱਚ ਅਸੀਂ ਪੈ ਜਾਂਦੇ ਹਾਂ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਮਨ ਨੂੰ ਨਾਸ਼ ਕਰਨ ਦਾ ਸਾਨੂੰ ਯਤਨ ਕਰਨਾ ਚਾਹੀਦਾ ਹੈ। ਆਪਣਾ ਜੀਵਨ ਸਫਲ ਕਰਨਾ ਹੈ ਤੇ ਮਨ ਨੂੰ ਜਿੱਤਣਾ ਹੈ। ਇਹ ਮਨ ਨੂੰ ਵਧਾਉਣ ਦਾ ਯਤਨ ਸਾਨੂੰ ਨਹੀਂ ਕਰਨਾ ਚਾਹੀਦਾ। ਜਿੰਨਾ ਅਸੀਂ ਮਨ ਦੇ ਨਾਲ ਜੁੜ ਕੇ ਸੰਸਾਰ ਦੇ ਨਾਲ ਜੁੜਾਂਗੇ, ਉਨੇ ਹੀ ਅਸੀਂ ਦੁੱਖਾਂ ਦੇ ਵਿੱਚ ਪਾਵਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰੇਕ ਦਾ ਸਮਾਂ ਆ ਰਿਹਾ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਤੁਹਾਡੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ।
वाल्मीकि महाराज की जय। जो बोले सो निरपै भगवान वाल्मीकि महाराज की जय। गुरु रूप साध संगत जी, एक बार फिर असी भगवान वाल्मीकि मंदिर बैडफोर्ड तो कांशी टीवी के माध्यम राय आप दे नाल जुड़ते हाँ। भगवान वाल्मीकि जी के बाणी ਦੇ ਵਿਚਾਰ ਆਪ ਦੇ ਨਾਲ ਸਾਂਝੇ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਇੱਕ ਵਾਰੀ ਫਿਰ ਤੋਂ ਦੀ ਅਸੀਂ ਭਗਵਾਨ ਵਾਲਮੀਕ ਨੂੰ ਯਾਦ ਕਰਦੇ ਹੋਏ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਆਪਣੀ ਬਾਣੀ ਵਿੱਚ, ਇਹ ਚਿੱਤਰ ਵੀ ਪਰਮਾਤਮਾ ਤੋਂ ਉੱਠੇ ਹਨ। ਜਿਵੇਂ ਸਮੁੰਦਰ ਵਿੱਚ ਲੀਲਾ ਨਾਲ ਜਲ ਕਣੀਆਂ ਹੁੰਦੀਆਂ ਹਨ, ਤਿਵੇਂ ਹੀ ਪਰਮਾਤਮਾ ਤੋਂ ਮਨ ਹੋਇਆ ਹੈ। ਸੋ ਇਹ ਜੋ ਚਿੱਤਰ ਜੋ ਅਸੀਂ ਦੇਖਦੇ ਹਾਂ, ਇਹ ਸਭ ਪਰਮਾਤਮਾ ਦਾ ਹੀ ਬਣਾਇਆ ਪਰਮਾਤਮਾ ਨੇ ਹੀ ਸਭ ਕੁਝ ਕੀਤਾ ਹੈ। ਜਿਸ ਤਰ੍ਹਾਂ ਦੇਖੋ ਸਮੁੰਦਰ ਹੁੰਦਾ ਹੈ, ਉਹਦੇ ਵਿੱਚ ਪਾਣੀ ਦੇ ਜਿਹੜੀਆਂ ਕਣੀਆਂ ਹੁੰਦੀਆਂ ਹਨ ਉਹ ਉੱਠਦੀਆਂ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਹ ਮਨ ਵੀ ਜੋ ਹੈ ਇਹ ਪਰਮਾਤਮਾ ਤੋਂ ਹੀ ਹੋਇਆ ਹੈ। ਉਸ ਮਨ ਨੇ ਵੱਡੇ ਵਿਸਤਾਰ ਦਾ ਜਗਤ ਰਚਿਆ ਹੈ, ਜੋ ਛੋਟੇ ਨੂੰ ਵੱਡਾ ਕਰ ਲੈਂਦਾ ਹੈ ਤੇ ਵੱਡੇ ਨੂੰ ਛੋਟਾ ਕਰਦਾ ਹੈ। ਜੋ ਆਪਣਾ ਆਪ ਰੂਪ ਹੈ ਉਸ ਨੂੰ ਹੋਰ ਦੀ ਨਿਆਈ ਵਿਖਾਉਂਦਾ ਹੈ ਤੇ ਜੋ ਹੋਰ ਰੂਪ ਹੈ ਉਸ ਨੂੰ ਆਪਣਾ ਰੂਪ ਵਿਖਾਉਂਦਾ ਹੈ। ਭਾਵ ਆਤਮਾ ਨੂੰ ਅਨਾਤਮ ਭਾਵ ਪ੍ਰਾਪਤ ਕਰਦਾ ਹੈ ਤੇ ਅਨਾਤਮਾ ਨੂੰ ਆਤਮ ਭਾਵ ਪ੍ਰਾਪਤ ਕਰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਜੋ ਸਾਡਾ ਮਨ ਹੈ, ਇਹਨੇ ਬੜੇ ਵੱਡੇ ਵਿਸਤਾਰ ਵਿੱਚ ਇਹ ਜਗਤ ਨੂੰ ਰਚਿਆ ਹੈ ਔਰ ਸਾਡਾ ਮਨ ਜੋ ਚਾਹੁੰਦਾ ਹੈ ਉਹ ਕਰਦਾ ਹੈ। ਛੋਟੇ ਨੂੰ ਵੱਡਾ ਕਰ ਲੈਂਦਾ ਹੈ ਤੇ ਵੱਡੇ ਨੂੰ ਛੋਟਾ ਕਰਦਾ ਹੈ। ਜੋ ਸਾਡਾ ਆਪਣਾ ਰੂਪ ਹੈ, ਸੱਚਾ ਰੂਪ ਹੈ, ਉਸ ਨੂੰ ਹੋਰ ਰੂਪ ਵਿੱਚ ਸਾਨੂੰ ਵਿਖਾਉਂਦਾ ਹੈ। ਜੋ ਹੋਰ ਰੂਪ ਹੈ ਉਸ ਨੂੰ ਆਪਣਾ ਰੂਪ ਵਿਖਾਉਂਦਾ ਹੈ। ਭਾਵ ਆਤਮਾ ਨੂੰ ਅਨਾਤਮ ਭਾਵ ਪ੍ਰਾਪਤ ਕਰਦਾ, ਅਨਾਤਮਾ ਨੂੰ ਆਤਮ ਭਾਵ ਕਰਦਾ ਹੈ ਕਿ ਇਹ ਸਾਨੂੰ, ਇਹ ਜਿਹੜਾ ਸਾਡਾ ਮਨ ਹੈ ਗਲਤ ਪਾਸੇ ਲੈ ਕੇ ਜਾਂਦਾ ਹੈ। ਇਹ ਸਾਡਾ ਮਨ ਦੇਖੋ, ਅਸੀਂ ਆਪਣੀ ਆਤਮਾ ਨੂੰ ਦੇਖ ਨਹੀਂ ਸਕਦੇ, ਪਰਮਾਤਮਾ ਨੂੰ ਦੇਖ ਨਹੀਂ ਸਕਦੇ, ਪਰ ਉਹ ਅਸਲ ਦੇ ਵਿੱਚ ਸੱਚ ਹੈ। परमात्मा सच है, साड़ी आत्मा सच है। और जिहड़ी चीज़ असी देख सकते हाँ, जिस तरह ये संसार है, उसनूं असी सच समझ लेने हाँ। ये कौन करन वाला है? ये साडा मन है। सच नूं झूठ बना दिंदा है और झूठ नूं सच बना दिंदा है। अजिहा भुलेखा रूप मन ਨੇੜੇ ਵਸਤੂ ਨੂੰ ਦੂਰ ਵਿਖਾਉਂਦਾ ਹੈ ਤੇ ਦੂਰ ਵਸਤੂ ਨੂੰ ਨੇੜੇ ਲਿਆਉਂਦਾ ਹੈ। ਜਿਵੇਂ ਸੁਪਨੇ ਵਿੱਚ ਨੇੜੇ ਵਸਤੂ ਦੂਰ ਲੱਗਦੀ ਹੈ ਤੇ ਦੂਰ ਵਸਤੂ ਨੇੜੇ ਲੱਗਦੀ ਹੈ, ਕਿ ਇਹ ਦੇਖੋ ਮਨ ਦੀ ਸ਼ਕਤੀ ਇਹੋ ਜਿਹੀ ਹੈ ਕਿ ਇਹ ਜਿਹੜਾ ਸਾਡਾ ਮਨ ਹੈ, ਜਿਹੜੀ ਕੋਈ ਚੀਜ਼ ਸਾਡੇ ਲਾਗੇ ਹੈ ਉਸ ਨੂੰ ਦੂਰ ਕਰਕੇ ਵਿਖਾਉਂਦਾ ਹੈ ਤੇ ਜੋ ਦੂਰ ਵਸਤੂ ਹੈ ਉਸ ਨੂੰ ਨੇੜੇ कर दिंदा है। बिल्कुल उसे ही तरह जिस तरह के सुपने विच जो लागे वस्तु हुंदी है दूर लगती है और जो दूर वस्तु हुंदी है वो नेड़े लगती है। मन एक पल विच संसार नूं पैदा करता है ते एक पल विच ही लीन कर लैंदा है। ये देखो मन की शक्ति किहो जी है कि एक पल दे विच ये संसार नूं पैदा कर दिंदा है और एक पल विच ये मन जिहड़ा है ये लीन हो जाता है। ये मन दोनों ही चीज़ां कर लैंदा है। जो कुछ स्थावर जंगल रूप जगत दिसदा है वो सब मन तो ही उपजिया है ते देश काल किरिया ते द्रव अनेक शक्ति उल्ट रूप मन ही विखाउंदा है ते अपने फुरने नाल तरह तरह के भाव नूं प्राप्त करता है। सो भगवान वाल्मीक जी समझाते हैं कि ये सथावर जंगम जो चीज़ां असी संसार दे विच देखते हैं, जो हिल जुल सकदियां हैं या अपनी जगह ते टिकियां
ਹੋਈਆਂ, ਜਿਸ ਤਰ੍ਹਾਂ ਪਹਾੜ ਹਨ, ਪੱਥਰ ਹਨ, ਜੀਵ ਹਨ, ਬਿਰਸ਼ ਹਨ ਜੋ ਹਿਲ ਜੁਲ ਸਕਦੇ ਹਨ, ਇਹ ਸਾਰੇ ਮਨ ਤੋਂ ਹੀ ਉਪਜੇ ਹਨ। ਤੇ ਇਹ ਜੋ ਵੱਖਰੇ ਵੱਖਰੇ ਦੇਸ਼ ਹਨ, ਸਮਾਂ ਚੱਲ ਰਿਹਾ ਹੈ, ਜੋ ਕਾਰਜ ਹੋ ਰਹੇ ਹਨ, ਜੋ ਕੁਝ ਵੀ ਹੈ, ਇਹ ਮਨ ਜਿਹੜਾ ਹੈ, ਇਹਦੀ ਸ਼ਕਤੀ ਇਹੋ ਜਿਹੀ ਹੈ ਕਿ ਸਭ ਕੁਝ ਸਾਨੂੰ ਉਲਟਾ ਕਰਕੇ ਦਿਖਾਉਂਦਾ ਹੈ। ਤੇ ਜਿਹੜਾ ਸਾਡੇ ਮਨ ਦੇ ਵਿੱਚੋਂ ਫੁਰਨਾ ਨਿਕਲਦਾ ਹੈ, ਉਸ ਦਾ ਕਰਕੇ ਤਰ੍ਹਾਂ ਤਰ੍ਹਾਂ ਦੇ ਭਾਵਨਾ ਸਾਡੇ ਵਿੱਚ ਪ੍ਰਾਪਤ ਹੁੰਦੀਆਂ ਹਨ। ਜਿਵੇਂ ਨਟ ਲੀਲਾ ਕਰਕੇ ਤਰ੍ਹਾਂ ਤਰ੍ਹਾਂ ਦੇ ਸੁਆਗ ਰਚਦਾ ਹੈ, ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਵਿਖਾਉਂਦਾ ਹੈ, ਤਿਵੇਂ ਹੀ ਮਨ ਵਿੱਚ ਜਿਸ ਤਰ੍ਹਾਂ ਦਾ ਫੁਰਨਾ ਦ੍ਰਿੜ ਹੁੰਦਾ ਹੈ, ਤਿਵੇਂ ਦਾ ਹੀ ਜਾਪਦਾ ਹੈ ਕਿ ਦੇਖੋ ਜਿਹੜੇ ਨਟ ਹੁੰਦੇ ਹਨ, ਡਰਾਮਾ ਕਰਨ ਵਾਲੇ ਹੁੰਦੇ ਹਨ, ਐਕਟਰ ਹੁੰਦੇ ਹਨ, ਉਹ ਵੱਖਰੇ ਵੱਖਰੇ ਆਪਣੇ ਰੋਲ ਸਾਨੂੰ ਦਿਖਾਉਂਦੇ ਹਨ, ਝੂਠ ਨੂੰ ਸੱਚ ਕਰ ਦਿੰਦੇ ਹਨ, ਸੱਚ ਨੂੰ ਝੂਠ ਕਰ ਦਿੰਦੇ ਹਨ, ਜੋ ਉਹ ਸਾਨੂੰ ਆਪਣੇ ਟ੍ਰਿਕਾਂ ਕਰਕੇ ਦਿਖਾਉਂਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਸਾਡਾ ਮਨ ਵੀ ਇਸੇ ਤਰ੍ਹਾਂ ਹੈ, ਜੋ ਇਸ ਦੇ ਵਿੱਚੋਂ ਫੁਰਨਾ ਉੱਠਦਾ ਹੈ, ਸੋਚ ਉੱਠਦੀ ਹੈ, ਉਹ ਹੀ ਅਸੀਂ ਅੱਗੇ ਦੇਖਦੇ ਹਾਂ, ਉਹੋ ਜਿਹਾ ਸਾਨੂੰ ਨਜ਼ਰ ਆਉਂਦਾ ਹੈ। ਜਿਹੋ ਜਿਹਾ ਨਿਸ਼ਚਾ ਚੰਚਲ ਮਨ ਵਿੱਚ ਹੁੰਦਾ ਹੈ, ਉਸ ਅਨੁਸਾਰ ਇੰਦਰੀਆਂ ਵੀ ਵਿਚਰਦੀਆਂ ਹਨ ਕਿ ਜਿਹੋ ਜਿਹਾ ਨਿਸ਼ਚਾ ਸਾਡੇ ਮਨ ਦਾ ਵਿੱਚੋਂ ਅਸੀਂ ਸੋਚ ਕੇ ਕਰਦੇ ਹਾਂ, ਜੋ ਵੀ ਅਸੀਂ ਕਰਦੇ ਹਾਂ, ਇਹ ਸਾਡਾ ਚੰਚਲ ਮਨ ਜੋ ਹੈ, ਜੋ ਸਾਡੇ ਕੋਲ ਕਰਾਉਂਦਾ ਹੈ, ਉਹਦੇ ਅਨੁਸਾਰ ਫੇ ਸਾਡੀਆਂ ਜੋ ਸਰੀਰਕ ਜ਼ਰੂਰਤਾਂ ਹਨ, ਉਹਨਾਂ ਨੂੰ ਵੀ ਸਾਨੂੰ ਦੇਖਣਾ ਪੈਂਦਾ ਹੈ। ਜੋ ਮਨ ਤੋਂ ਚੇਸ਼ਟਾ ਹੁੰਦੀ ਹੈ, ਉਹੀ ਸਫਲ ਹੁੰਦੀ ਹੈ। ਸਰੀਰ ਦੀ ਚੇਸ਼ਟਾ ਮਨ ਬਿਨਾ ਸਫਲ ਨਹੀਂ ਹੁੰਦੀ। ਕਿ ਜੋ ਸਾਡਾ ਮਨ ਜੋ ਸਾਨੂੰ ਕਹਿੰਦਾ ਹੈ, ਅਸੀਂ ਉਹ ਕਰਦੇ ਹਾਂ, ਉਹੀ ਸਫਲ ਹੁੰਦਾ ਹੈ। ਸਾਡਾ ਸਰੀਰ ਖੁਦ ਆਪ ਕੋਈ ਕੁਝ ਨਹੀਂ ਕਰ ਸਕਦਾ। ਮਨ ਬਿਨਾ ਇਹ ਜੋ ਸਰੀਰ ਕਰਦਾ ਹੈ, ਉਹ ਕਦੀ ਸਫਲ ਨਹੀਂ ਹੁੰਦਾ। ਕਰਨ ਕਰਾਉਣ ਵਾਲਾ ਮਨ ਹੈ ਤੇ ਕਰਨ ਵਾਲਾ ਸਾਡਾ ਸਰੀਰ ਹੈ। ਮਨ ਤੋਂ ਬਗੈਰ ਸਾਡਾ ਸਰੀਰ ਕੁਝ ਨਹੀਂ ਕਰ ਸਕਦਾ। ਜਿਵੇਂ ਜਿਹੋ ਜਿਹਾ ਵੇਲ ਦਾ ਬੀਜ ਹੁੰਦਾ ਹੈ, ਤਿਹੋ ਹੀ ਉਸਦਾ ਫਲ ਹੁੰਦਾ ਹੈ, ਹੋਰ ਪ੍ਰਕਾਰ ਨਹੀਂ ਹੁੰਦਾ। ਤਿਵੇਂ ਹੀ ਜੋ ਕੁਝ ਮਨ ਵਿੱਚ ਨਿਸ਼ਚਾ ਹੁੰਦਾ ਹੈ, ਉਹੀ ਸਫਲ ਹੁੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਬੜੀ ਸੋਹਣੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਹੋ ਜਿਹੀ ਵੇਲ ਦਾ ਬੀਜ ਹੁੰਦਾ ਹੈ, ਬੀ ਹੁੰਦਾ ਹੈ, ਜੇ ਅਸੀਂ ਉਹਨੂੰ ਉਗਾ ਦਈਏ ਤੇ ਉਹੋ ਜਿਹੀ ਵੇਲ ਉਸ ਤੋਂ ਪੈਦਾ ਹੋਵੇਗੀ ਤੇ ਉਹੋ ਜਿਹਾ ਹੀ ਉਸ ਵੇਲ ਦਾ ਫਲ ਹੋਵੇਗਾ। ਜਿਹੋ ਜਿਹਾ ਬੀਜ ਹੈ, ਹੋਰ ਤਰ੍ਹਾਂ ਦਾ ਨਹੀਂ ਹੋ ਸਕਦਾ। ਬਿਲਕੁਲ ਇਸੇ ਹੀ ਤਰ੍ਹਾਂ ਜੋ ਮਨ ਵਿੱਚ ਨਿਸ਼ਚਾ ਹੁੰਦਾ ਹੈ, ਉਹੀ ਸਫਲ ਹੁੰਦਾ ਹੈ। ਜਿਹੜਾ ਵਿਸ਼ਵਾਸ ਸਾਡੇ ਮਨ ਦੇ ਵਿੱਚੋਂ ਉੱਠਦਾ ਹੈ, ਉਸ ਨੂੰ ਅਸੀਂ ਸੱਚ ਜਾਣਦੇ ਹਾਂ। ਜਿਵੇਂ ਬਾਲਕ ਮਿੱਟੀ ਦੀ ਫੌਜ ਬਣਾਉਂਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਉਸਦੇ ਨਾਮ ਰੱਖਦਾ ਹੈ, ਤਿਵੇਂ ਹੀ ਮਨ ਵਿੱਚ ਸੰਕਲਪ ਨਾਲ ਜਗਤ ਰਚ ਲੈਂਦਾ ਹੈ। ਕਿ ਦੇਖੋ ਛੋਟੇ ਬੱਚੇ ਹੁੰਦੇ ਹਨ, ਉਹ ਮਿੱਟੀ ਦੇ ਖਿਡੌਣੇ ਬਣਾਉਂਦੇ ਹਨ, ਮਿੱਟੀ ਦੀ ਸੈਨਾ ਜਿਸ ਤਰ੍ਹਾਂ ਉਹ ਬਣਾ ਲੈਂਦੇ ਹਨ, ਤਰ੍ਹਾਂ ਤਰ੍ਹਾਂ ਨਾਲ ਉਸਦੇ ਨਾਮ ਰੱਖਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਹ ਆਤਮਾ ਵਿੱਚ ਜੋ ਤਰ੍ਹਾਂ ਤਰ੍ਹਾਂ ਦਾ ਜਗਤ ਘੜਿਆ ਗਿਆ ਹੈ, ਉਹ ਆਤਮਾ ਤੋਂ ਅਲੱਗ ਨਹੀਂ ਹੈ। ਇੱਕ ਆਤਮਾ ਦਾ ਹੀ ਚਮਤਕਾਰ, ਆਤਮਾ ਦੀ ਹੀ ਇੱਕ ਚਮਕ, ਆਤਮਾ ਤੋਂ ਵੱਖਰੀ ਕੋਈ ਚੀਜ਼ ਨਹੀਂ ਹੈ। ਜਿਵੇਂ ਸੰਕਲਪ ਵਿੱਚ ਮਨ ਤਰ੍ਹਾਂ ਤਰ੍ਹਾਂ ਦੇ ਅਰਥਾਂ ਨੂੰ ਘੜਦਾ ਹੈ, ਤਿਵੇਂ ਹੀ ਜਾਗਰਤ ਜਗਤ ਵੀ ਭਰਮ ਨਾਲ ਘੜਿਆ ਹੈ। ਕਿ ਜਿਸ ਤਰ੍ਹਾਂ ਇਹ ਮਨ ਤਰ੍ਹਾਂ ਤਰ੍ਹਾਂ ਦੇ ਅਰਥਾਂ ਨੂੰ ਘੜਦਾ ਰਹਿੰਦਾ ਹੈ, ਜੋ ਸੰਕਲਪ ਉੱਠਦੇ ਹਨ, ਫੁਰਨੇ ਉੱਠਦੇ ਹਨ, ਜੋ ਸੋਚ ਉੱਠਦੀ, ਇੱਛਾ ਉੱਠਦੀ ਹੈ, ਵੱਖਰੇ ਵੱਖਰੇ ਉਹ ਅਰਥਾਂ ਨੂੰ ਘੜਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਜਾਗਰਤ ਜਗਤ ਹੈ, ਜਿਸ ਵਿੱਚ ਅਸੀਂ ਵਿਚਰਦੇ ਹਾਂ, ਇਹ ਵੀ ਭਰਮ ਦੇ ਨਾਲ ਇਹ ਮਨ ਨੇ ਘੜਿਆ ਹੈ ਔਰ ਅਸੀਂ ਆਪਣੇ ਆਪ ਨੂੰ ਇਸ ਦੇ ਨਾਲ ਬੱਝ ਲਿਆ ਹੈ। ਇੱਕ ਗੋਪਦ ਵਿੱਚ ਮਨ ਅਨੇਕ ਯੋਜਨ ਰਚ ਲੈਂਦਾ ਹੈ ਤੇ ਕਲਪ ਦਾ ਪਲ
ਤੇ ਪਲ ਦਾ ਕਲਪ ਕਰ ਲੈਂਦਾ ਹੈ ਕਿ ਇੱਕ ਗੋਪਦ ਕਿ ਗਊ ਦਾ ਜੋ ਪੈਰ ਹੁੰਦਾ ਹੈ ਉਹਦੇ ਨਾਲ ਜੋ ਇੱਕ ਛੋਟਾ ਜਿਹਾ ਖੱਡਾ ਬਣਦਾ ਹੈ, ਇਹ ਮਨ ਉਹਦਾ ਵਿਸਤਾਰ ਕਈ ਯੋਜਨ ਤੱਕ ਕੱਢ ਲੈਂਦਾ ਹੈ। ਤੇ ਇੱਕ ਜੋ ਯੁੱਗ ਹੁੰਦਾ ਹੈ ਉਸ ਨੂੰ ਇੱਕ ਪਲ ਦੀ ਤਰ੍ਹਾਂ ਮਨ ਦਿਖਾ ਦਿੰਦਾ ਹੈ ਤੇ ਇੱਕ ਪਲ ਨੂੰ ਇੱਕ ਯੁੱਗ ਦੀ ਤਰ੍ਹਾਂ ਰਚ ਲੈਂਦਾ ਹੈ। ਇਹ ਮਨ ਦੀ ਸ਼ਕਤੀ ਇਹੋ ਜਿਹੀ ਹੈ। ਜਿਹੋ ਜਿਹਾ ਕੁਝ ਮਨ ਵਿੱਚ ਤੀਵਰ ਸੰਵੇਗ ਹੁੰਦਾ ਹੈ ਤਿਵੇਂ ਹੀ ਇਹ ਹੁੰਦਾ ਹੈ। ਉਸ ਨੂੰ ਰਚਨ ਵਿੱਚ ਦੇਰੀ ਨਹੀਂ ਹੁੰਦੀ ਕਿ ਜਿਹੋ ਜਿਹਾ ਇਹ ਮਨ ਦੇ ਵਿੱਚੋਂ ਬੜੀ ਹੀ ਤੇਜ਼ ਵੇਗ ਦੇ ਨਾਲ ਜੋ ਫੁਰਨਾ ਉੱਠਦਾ ਹੈ, ਸੋਚ ਉੱਠਦੀ ਹੈ, ਉਹੋ ਜਿਹਾ ਹੀ ਅੱਗੇ ਹੁੰਦਾ ਹੈ ਤੇ ਉਹਨੂੰ ਰਚਨ ਦੇ ਵਿੱਚ ਕੋਈ ਦੇਰੀ ਨਹੀਂ ਲੱਗਦੀ। ਜੋ ਅਸੀਂ ਮਨ ਦੇ ਵਿੱਚ ਸੋਚਦੇ ਹਾਂ ਉਹ ਹੀ ਸਾਨੂੰ ਅੱਗੇ ਪ੍ਰਤੀਤ ਹੁੰਦਾ ਹੈ। ਜੋ ਕੁਛ ਦੇਸ਼ ਕਾਲ ਪਦਾਰਥ ਹਨ ਉਹ ਮਨ ਤੋਂ ਉਪਜੇ ਹਨ ਤੇ ਸਾਰਿਆਂ ਦਾ ਕਾਰਨ ਰੂਪ ਮਨ ਹੀ ਹੈ। ਇਹ ਜੋ ਦੇਸ਼, ਇਹ ਸਮਾਂ ਚੱਲ ਰਿਹਾ ਹੈ, ਪਦਾਰਥ ਹਨ ਜੋ ਇਸ ਸੰਸਾਰ ਵਿੱਚ, ਉਹ ਸਾਰੇ ਮਨ ਤੋਂ ਉਪਜੇ ਹਨ ਤੇ ਸਾਰਿਆਂ ਦਾ ਕਾਰਨ ਰੂਪ ਮਨ ਹੀ ਹੈ। ਇਹ ਮਨ ਹੀ ਸਾਨੂੰ ਕੰਟਰੋਲ ਕਰਦਾ ਹੈ। ਮਨ ਨੇ ਹੀ ਸੰਸਾਰ ਦੀ ਤਸਵੀਰ ਖਿੱਚੀ ਹੈ। ਮਨ ਨੇ ਹੀ ਇਹ ਸੰਸਾਰੀ ਪਦਾਰਥ ਰਚੇ ਹਨ। ਮਨ ਨੇ ਹੀ ਸਾਨੂੰ ਇਸ ਸੰਸਾਰ ਦੇ ਨਾਲ ਜੋੜਿਆ ਹੈ। ਜਿਵੇਂ ਪੱਤੇ, ਫੁੱਲ, ਫਲ ਤੇ ਟਹਿਣੀ ਬਿਰਸ਼ ਤੋਂ ਉਪਜੇ ਹਨ, ਉਹ ਬਿਰਸ਼ ਰੂਪ ਹਨ। ਜਿਵੇਂ ਸਮੁੰਦਰ ਵਿੱਚ ਲਹਿਰਾਂ ਹੁੰਦੀਆਂ ਹਨ ਉਹ ਜਲ ਰੂਪ ਹਨ ਤੇ ਜਿਵੇਂ ਅੱਗ ਗਰਮ ਰੂਪ ਹੈ, ਤਿਵੇਂ ਹੀ ਤਰ੍ਹਾਂ ਤਰ੍ਹਾਂ ਦੇ ਸੁਭਾਅ ਮਨ ਤੋਂ ਉਪਜੇ ਨਜ਼ਰ ਆਉਂਦੇ ਹਨ ਤੇ ਸਾਰੇ ਮਨ ਰੂਪ ਹਨ। ਸੋ ਦੇਖੋ ਕਿੰਨੀਆਂ ਉਦਾਹਰਨਾਂ ਭਗਵਾਨ ਵਾਲਮੀਕ ਜੀ ਨੇ ਸਾਨੂੰ ਦਿੱਤੀਆਂ ਹਨ ਉਪਦੇਸ਼ ਕਰਨ ਲਈ ਕਿ ਜਿਸ ਤਰ੍ਹਾਂ ਪੱਤੇ ਹੁੰਦੇ ਹਨ, ਫੁੱਲ ਹੁੰਦੇ ਹਨ, ਫਲ ਤੇ ਟਾਹਣੀਆਂ ਹੁੰਦੀਆਂ ਹਨ, ਉਹ ਸਾਰੇ ਇੱਕ ਬਿਰਸ਼ ਤੋਂ ਉਪਜੇ ਹਨ, ਬਿਰਸ਼ ਰੂਪ ਹੀ ਹਨ। ਜਿਸ ਤਰ੍ਹਾਂ ਦੇਖੋ ਸਮੁੰਦਰ ਵਿੱਚ ਲਹਿਰਾਂ ਹੁੰਦੀਆਂ ਹਨ, ਉਹ ਪਾਣੀ ਰੂਪ ਹੁੰਦੀਆਂ ਹਨ ਲਹਿਰਾਂ। ਜਿਵੇਂ ਅੱਗ ਗਰਮ ਰੂਪ ਹੈ, ਗਰਮੀ ਜੋ ਹੁੰਦੀ ਅੱਗ ਦੇ ਵਿੱਚ ਹੁੰਦੀ ਹੈ, ਉਹ ਅੱਗ ਦਾ ਹੀ ਰੂਪ ਹੈ। ਜਿਸ ਤਰ੍ਹਾਂ 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 ਦੇ ਸੁਭਾਅ, ਇਸੇ ਤਰ੍ਹਾਂ ਵੱਖਰੇ ਵੱਖਰੇ ਜੋ ਸੁਭਾਅ ਮਨ ਤੋਂ ਉਪਜੇ ਨਜ਼ਰ ਆਉਂਦੇ ਹਨ, ਉਹ ਸਾਰੇ ਮਨ ਰੂਪ ਹਨ, ਮਨ ਤੋਂ ਵੱਖਰੇ ਨਹੀਂ ਹਨ। ਕਿ ਜਿਹੜਾ ਸਾਡਾ ਸੁਭਾਅ ਵੱਖਰਾ ਵੱਖਰਾ ਹੁੰਦਾ ਹੈ ਉਹ ਮਨ ਦੇ ਵਿੱਚੋਂ ਹੀ ਨਿਕਲਦਾ। ਮਨ ਹੀ ਕਰਨ ਕਰਾਉਣ ਵਾਲਾ ਹੈ। ਕਰਤਾ ਕਰਮ ਕਿਰਿਆ ਦ੍ਰਿਸ਼ਟਾ ਦਰਸ਼ਨ ਦ੍ਰਿਸ਼ ਸਾਰੇ ਮਨ ਦਾ ਹੀ ਫੈਲਾਓ ਹੈ। ਕਿ ਕਰਨ ਵਾਲਾ ਤੇ ਜੋ ਕਰਮ ਅਸੀਂ ਕਰਦੇ ਹਨ, ਜੋ ਕਾਰਜ ਕਰਦੇ ਹਨ, ਜੋ ਦੇਖਣ ਵਾਲਾ ਹੈ, ਜੋ ਅਸੀਂ ਚੀਜ਼ ਦੇਖਦੇ ਹਾਂ ਤੇ ਜੋ ਸਾਡੇ ਸਾਹਮਣੇ ਦੇਖਣ ਵਾਲੀ ਜੋ ਦ੍ਰਿਸ਼ ਹੈ, ਉਹ ਸਾਰੇ ਮਨ ਦਾ ਹੀ ਫੈਲਾਓ। ਉਹ ਮਨ ਨੇ ਹੀ ਸਭ ਕੁਛ ਰਚਿਆ ਹੈ। ਜਿਵੇਂ ਸੋਨੇ ਤੋਂ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਦੇ ਹਨ ਤੇ ਜਦ ਸੋਨੇ ਦਾ ਗਿਆਨ ਹੋਇਆ ਤਦ ਸਾਰੇ ਗਹਿਣੇ ਦਾ ਇੱਕ ਸੋਨਾ ਹੀ ਲੱਗਦਾ ਹੈ, ਗਹਿਣਾ ਭਾਵ ਨਹੀਂ ਲੱਗਦਾ। ਸੋ ਭਗਵਾਨ ਵਾਲਮੀਕ ਜੀ ਫਿਰ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਦੇਖੋ ਸੋਨਾ ਹੁੰਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਗਹਿਣੇ ਉਹ ਸੋਨੇ ਦੇ ਵਿੱਚੋਂ ਬਣਦੇ ਹਨ। ਪਰ ਜਦੋਂ ਸਾਨੂੰ ਸੋਨੇ ਦਾ ਗਿਆਨ ਹੁੰਦਾ ਹੈ ਤੇ ਉਹ ਗਹਿਣੇ ਵੀ ਉਹ ਸੋਨਾ ਹੀ ਲੱਗਦਾ ਹੈ ਤੇ ਉਹ ਗਹਿਣਾ ਭਾਵ ਜਿਹੜਾ ਹੁੰਦਾ ਹੈ ਸਾਡੇ ਚੋਂ ਦੂਰ ਹੋ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਮਨ ਹੈ। ਇਹ ਮਨ ਨੇ ਹੀ ਸਭ ਕੁਝ ਸਾਡੇ ਸਾਹਮਣੇ ਰਚਿਆ ਹੈ। ਮਨ ਹੀ ਸਾਨੂੰ ਸੰਸਾਰ ਵਿਖਾਉਂਦਾ ਹੈ। ਮਨ ਹੀ ਸਾਨੂੰ ਇਸ ਸੰਸਾਰ ਦੇ ਨਾਲ ਜੋੜਦਾ ਹੈ। ਤਿਵੇਂ ਹੀ ਜਦ ਤੱਕ ਆਤਮਾ ਦਾ ਪ੍ਰਮਾਦ ਹੈ ਤਦ ਤੱਕ ਦ્વੈਤ ਰੂਪ ਜਗਤ ਲੱਗਦਾ ਹੈ ਤੇ ਜਦ ਆਤਮ ਗਿਆਨ ਹੁੰਦਾ ਹੈ ਤਦ ਸਾਰਾ ਭਰਮ ਮਿਟ ਜਾਂਦਾ ਹੈ। ਸੋ ਕੀ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਸਾਡੀ ਅਕਲ ਦੇ ਉੱਤੇ ਇਹੋ ਜਿਹਾ ਪਰਦਾ ਪਿਆ ਹੋਇਆ ਹੈ ਕਿ ਅਸੀਂ ਆਪਣੀ ਆਤਮਾ ਦਾ ਸਾਨੂੰ ਕੋਈ ਗਿਆਨ ਨਹੀਂ ਹੈ। ਆਤਮਾ ਦੇ ਬਾਰੇ ਅਸੀਂ ਭਰਮ ਭੁਲੇਖਿਆਂ ਦੇ ਵਿੱਚ ਹਾਂ। ਇਸ ਕਰਕੇ ਸਾਨੂੰ ਮਨ ਦਾ ਕਰਕੇ ਸਾਰੇ ਪਾਸੇ ਸੰਸਾਰ ਨਜ਼ਰ ਆਉਂਦਾ ਹੈ। ਪਰ ਜਦੋਂ ਸਾਨੂੰ ਸਾਡੀ ਆਤਮਾ ਦਾ ਗਿਆਨ ਹੋ ਜਾਵੇਗਾ
ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ, ਸੰਤ ਮਹਾਤਮਾ ਦੀ ਸੰਗਤ ਕਰਾਂਗੇ, ਸਤਸੰਗ ਦੇ ਵਿੱਚ ਜਾਵਾਂਗੇ, ਆਪਣੇ ਮਨ ਨੂੰ ਬਾਹਰਮੁਖੀ ਜੋ ਹੋਇਆ ਹੈ ਉਸ ਨੂੰ ਅਸੀਂ ਅੰਤਰਮੁਖੀ ਕਰਾਂਗੇ, ਆਪਣੇ ਅੰਦਰ ਝਾਤੀ ਮਾਰਾਂਗੇ ਤੇ ਜਿੰਨੇ ਵੀ ਭਰਮ ਹਨ ਉਹ ਸਾਰੇ ਮਿਟ ਜਾਣਗੇ। ਸਾਨੂੰ ਸੱਚ ਦੀ ਪਹਿਚਾਨ ਹੋਵੇਗੀ। ਪਰ ਭਗਵਾਨ ਵਾਲਮੀਕ ਜੀ ਸਾਨੂੰ ਹਮੇਸ਼ਾ ਸਮਝਾਉਂਦੇ ਹਨ ਕਿ ਅਸੀਂ ਪਹਿਲਾਂ ਆਪਣੇ ਭਰਮ ਭੁਲੇਖਿਆਂ ਨੂੰ ਦੂਰ ਕਰਨਾ ਹੈ। ਇਹ ਜਿਹੜਾ ਸਾਡਾ ਮਨ ਹੈ ਜਿਸ ਨੇ ਸਾਨੂੰ ਬਾਹਰਮੁਖੀ ਕੀਤਾ ਹੋਇਆ, ਭਾਵ ਕਿ ਸੰਸਾਰ ਦੇ ਨਾਲ ਜੋੜਿਆ ਹੋਇਆ ਹੈ, ਇਸ ਮਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਕਾਬੂ ਕਰਕੇ ਇਸ ਨੂੰ ਅੰਤਰਮੁਖੀ ਕਰਨਾ ਹੈ, ਕਿਉਂਕਿ ਸਾਡੇ ਅੰਦਰ ਹੀ ਉਹ ਪਰਮਾਤਮਾ ਦਾ ਵਾਸਾ ਹੈ। ਅਸੀਂ ਇਸ ਮਨ ਨੂੰ ਅੰਤਰਮੁਖੀ ਕਰਕੇ ਉਸ ਪਰਮਾਤਮਾ ਦੀ, ਆਪਣੀ ਆਤਮਾ ਜਿਹੜਾ ਸਾਡਾ ਸੱਚਾ ਸਵਰੂਪ ਹੈ, ਉਸ ਦੀ ਪਹਿਚਾਨ ਕਰਨੀ ਹੈ। ਤੇ ਇਹ ਜੋ ਦ્વੈਤ ਰੂਪ ਜਗਤ ਸਾਨੂੰ ਨਜ਼ਰ ਆਉਂਦਾ ਹੈ, ਇਸ ਤੋਂ ਆਪਣਾ ਰਿਸ਼ਤਾ ਤੋੜਨਾ ਹੈ। ਔਰ ਜਦੋਂ ਸਾਡੇ ਵਿੱਚ ਆਤਮ ਗਿਆਨ ਆਵੇਗਾ, ਜੋ ਸਾਨੂੰ ਸੰਤ ਮਹਾਤਮਾ ਤੋਂ ਮਿਲਦਾ ਹੈ, ਬਾਣੀ ਤੋਂ ਮਿਲਦਾ ਹੈ, ਉਸ ਨਾਲ ਜੁੜ ਕੇ ਉੱਤੇ ਵਿਚਾਰ ਕਰਨ ਨਾਲ, ਉੱਤੇ ਪ੍ਰਸ਼ਾਰਤ ਕਰਨ ਦੇ ਨਾਲ, ਆਤਮ ਸਿਮਰਨ ਕਰਨ ਨਾਲ ਜਿਹੜਾ ਗਿਆਨ ਮਿਲਦਾ ਹੈ, ਤੇ ਫਿਰ ਸਾਡੇ ਜਿੰਨੇ ਵੀ ਭਰਮ ਹਨ ਉਹ ਸਾਰੇ ਦੂਰ ਹੋ ਜਾਣਗੇ, ਸਾਰੇ ਮਿਟ ਜਾਣਗੇ। ਪਰ ਭਗਵਾਨ ਵਾਲਮੀਕ ਜੀ ਸਾਡੇ ਮੂਹਰੇ ਜੋ ਸ਼ਰਤਾਂ ਰੱਖਦੇ ਹਨ ਉਹਨਾਂ ਨੂੰ ਸਾਨੂੰ ਮਨਜ਼ੂਰ ਕਰਨਾ ਹੋਵੇਗਾ। ਜਿਹੜਾ ਉਹ ਰਸਤਾ ਸਾਨੂੰ ਦੱਸਦਾ ਹੈ ਉਹਦੇ ਅਨੁਸਾਰ ਸਾਨੂੰ ਚੱਲਣਾ ਪਵੇਗਾ। ਇਹ ਆਪਣੇ ਮਨ ਨੂੰ ਕਿਸੇ ਨਾ ਕਿਸੇ ਤਰ੍ਹਾਂ, ਇਹਦੀ ਜੋ ਸ਼ਕਤੀ ਚਿੱਤ ਹੈ ਉਹ ਸ਼ਕਤੀ ਨੂੰ ਖਤਮ ਕਰਨਾ ਹੈ। ਅਸੀਂ ਆਪਣੇ ਮਨ ਨੂੰ ਬਾਹਰੋਂ ਮੋੜ ਕੇ ਇਹਨੂੰ ਆਪਣੇ ਅੰਦਰ ਲਿਆਉਣਾ ਹੈ, ਆਪਣੀ ਆਤਮਾ ਦੇ ਨਾਲ ਜੋੜਨਾ ਹੈ। ਜਦੋਂ ਇਹ ਮਨ ਸਾਡਾ ਸਾਡੇ ਅੰਦਰ ਟਿਕ ਜਾਵੇਗਾ ਤੇ ਅਸੀਂ ਫਿਰ ਪਰਮਾਰਥ ਦੇ ਰਸਤੇ ਤੇ ਚੱਲ ਕੇ ਸੰਤ ਮਹਾਤਮਾ ਦੇ ਬਚਨਾਂ ਅਨੁਸਾਰ ਪਰਮਾਤਮਾ ਦਾ ਜਦੋਂ ਸਿਮਰਨ ਕਰਾਂਗੇ, ਪਰਮਾਤਮਾ ਦੇ ਨਾਲ ਜੁੜਾਂਗੇ, ਪੁਰਸ਼ਾਰਥ ਕਰਾਂਗੇ, ਤਾਂ ਫਿਰ ਅਸੀਂ ਇਹ ਮਨ ਨੂੰ ਜਿੱਤ ਲਵਾਂਗੇ ਤੇ ਹੌਲੀ ਹੌਲੀ ਫਿਰ ਸਾਡੇ ਸਾਰੇ ਭਰਮ ਮਿਟ ਜਾਣਗੇ ਤੇ ਸਾਡੇ ਵਿੱਚ ਆਤਮ ਗਿਆਨ ਆ ਜਾਵੇਗਾ ਤੇ ਉਸ ਦੇ ਨਾਲ ਅਸੀਂ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਇੱਕ ਕਰ ਲਵਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ।